ਚੰਨੀ ਸਾਹਿਬ, ਵੈਲਕਮ ਕਰ ਰਹੀ ਹੈ ਬੀਜੇਪੀ ਇਸ ਡਿਸੀਜਨ ਨੂੰ, ਫੈਕਟਰੀ ਬੰਦ ਕਰਨ ਦੇ ਫੈਸਲੇ ਨੂੰ? ਦੇਖੋ ਗੌਰਵ, ਗੱਲ ਇਹ ਹੈਗੀ ਹੈ ਕਿ ਅਸੀਂ ਚਾਹੇ ਪਾਣੀ ਹੈ, ਚਾਹੇ ਹਵਾ ਹੈ, ਚਾਹੇ ਸਾਡੀ ਧਰਤੀ ਮਾਂ ਹੈ, ਅਸੀਂ ਉਹਦੀ ਸ਼ੁੱਧਤਾ ਵਾਸਤੇ ਉਹਦੇ ਨਾਲ ਖੜੇ ਹਾਂ ਜੀ। ਕਿਉਂਕਿ ਬਿਲਕੁਲ ਜਿਹੜਾ ਪੋਲਿਊਟਡ ਹੈਗਾ, ਚਾਹੇ ਪਾਣੀ ਹੋਵੇ, ਸੋਇਲ ਹੋਵੇ, ਚਾਹੇ ਹਵਾ ਹੋਵੇ, ਉਹ ਨਹੀਂ ਹੋਣੀ ਚਾਹੀਦੀ। ਕਿਉਂਕਿ ਜਾਣ ਤੋਂ ਉੱਪਰ ਕੋਈ ਨੌਕਰੀ ਨਹੀਂ, ਕੋਈ ਇਨਵੈਸਟਮੈਂਟ ਨਹੀਂ, ਕੋਈ ਕੁਛ ਨਹੀਂ। ਅਸੀਂ ਬਿਲਕੁਲ ਇਸ ਚੀਜ਼ ਦਾ ਇਹ ਗਲਤ ਹੈਗੀ ਹੈ। ਪਰ ਗੱਲ ਇਹ ਹੈਗੀ ਹੈ, ਜਿਸ ਤਰ੍ਹਾਂ ਆਪਾਂ ਸਾਰੀ ਦੁਨੀਆ ਰੌਲਾ ਪਾ ਰਹੀ ਹੈ ਕਿ ਯੂ ਟਰਨ ਇਹਨਾਂ ਨੂੰ ਇਹ ਨਹੀਂ ਪਤਾ ਵੀ ਕੱਲ ਕੀ ਕੀਤਾ ਸੀ, ਇਹ ਨਹੀਂ ਪਤਾ ਵੀ ਅੱਜ ਕੀ ਕਰ ਰਹੇ, ਤੇ ਇਹ ਨਹੀਂ ਪਤਾ ਵੀ ਕੱਲ ਨੂੰ ਆਉਣ ਵਾਲੇ ਨੂੰ ਵੀ ਕੀ ਕਰਨਾ। ਤੁਸੀਂ ਇਹ ਦੇਖੋ ਕਿੰਨੀ ਮਾੜੀ ਗੱਲ ਹੈ ਕਿ ਸਿੰਗਲ ਬੈਂਚ ਦਾ ਫੈਸਲਾ ਤੇ 20 ਕਰੋੜ ਰੁਪਈਆ ਕੰਪਨਸੇਸ਼ਨ ਦੇਤਾ, ਤੇ ਉਹਨੂੰ ਡਿਵੀਜ਼ਨ ਬੈਂਚ ਕਿਉਂ ਨਹੀਂ ਲੈ ਕੇ ਗਏ ਔਰ ਉਹਨੂੰ ਸੁਪਰੀਮ ਕੋਰਟ ਕਿਉਂ ਨਹੀਂ ਲੈ ਕੇ ਗਏ? ਮੈਂ ਪਹਿਲੀ ਵਾਰੀ ਦੇਖਿਆ ਆਪਣੀ ਲਾਈਫ ਦੇ ਵਿੱਚ ਕਿ ਕਿਸੇ ਤਰ੍ਹਾਂ ਦਾ ਜੇ ਕੋਈ ਕੰਪਨਸੇਸ਼ਨ ਹੈਗਾ ਉਹਦੇ ਅਵਾਰਡ ਦਾ ਇੰਨੀ ਜਲਦੀ ਨਾਲ, ਔਰ ਜਿਵੇਂ ਹੱਥੋਂ ਹੱਥੀ ਹੋਗਾ। ਪੈਸਾ ਸਾਡੇ ਕੋਲੇ ਤਾਂ ਕਹਿੰਦੇ ਜ਼ਹਿਰ ਕਾਨੂੰਨ ਨਹੀਂ ਹੈਗਾ, ਤੇ ਅਸੀਂ ਉਹ ਪੈਸੇ ਦੇਤੇ। ਤੋ ਇਹ ਵਿੱਚ ਬੜੀ ਮਿਲੀ ਭੁਗਤ ਹੈਗੀ, ਕਿਉਂਕਿ ਦੀਪ ਮਲਹੋਤਰਾ ਜਿਹੜਾ ਦਾ ਮਾਲਕ ਹੈ ਉਹ ਦਿੱਲੀ ਦੀ ਐਕਸਾਈਜ਼ ਪਾਲਿਸੀ ਦੇ ਵਿੱਚ ਹੈ, ਉਹ ਪੰਜਾਬ ਦੀ ਐਕਸਾਈਜ਼ ਪਾਲਿਸੀ ਦੇ ਵਿੱਚ ਹੈ, ਔਰ ਇਹ ਕਿਸੇ ਕਿੰਤੂ ਪਰੰਤੂ ਤੋਂ ਨਹੀਂ ਬਚ ਸਕਦੇ। ਇਹ ਜਿਹੜੀ ਗੱਲ ਹੈਗੀ ਆ, ਔਰ ਹੁਣ ਵੀ ਇਹ ਦੇਖੋ ਅਜੇ ਧਰਨਾ ਨਹੀਂ ਚੁੱਕ ਰਹੇ। 23 ਤਰੀਕ ਨੂੰ ਕੇਸ ਲੱਗਿਆ ਹੋਇਆ ਆਨਰੇਬਲ ਹਾਈ ਕੋਰਟ ਨੂੰ। ਪਹਿਲਾਂ ਕਹਿੰਦੇ, ਅੱਜ ਵੀ ਸਵੇਰ ਦੀ ਨਿਊਜ਼ ਸੀ ਕਿ ਸੈਂਪਲ ਲੈ ਜਾ ਰਹੇ ਨੇ, ਕਮੇਟੀ ਗਈ ਹੋਈ ਹੈ, ਔਰ ਪਤਾ ਨਹੀਂ ਕਦੋਂ ਸੈਂਪਲ ਆ ਗਏ, ਕਦੋਂ ਉਹ ਐਗਜ਼ਾਮਨ ਹੋ ਗਿਆ ਚੀਫ ਮਿਨਿਸਟਰ ਦੇ ਲੈਵਲ ਤੱਕ, ਔਰ ਕਦੋਂ ਮਾਰਾਂ ਦੀ ਵੀ ਰਾਏ ਲੈ ਲਈ ਤੇ ਫੈਸਲਾ ਵੀ ਕਰਤਾ। ਮਤਲਬ ਏਦਾਂ ਉੱਥੇ ਕਿੱਦਾਂ ਫੈਸਲੇ ਸਰਕਾਰ 'ਚ ਹੋ ਸਕਦੇ ਨੇ, ਔਰ ਉਹ ਵੀ ਗੁਪਤ ਤਰੀਕੇ ਨਾਲ? ਇਹ ਜਿਹੜੀਆਂ ਰਿਪੋਰਟਾਂ ਆਈਆਂ ਨੇ ਸਾਰੀਆਂ, ਉਹ ਪਬਲਿਕ ਡਿਬੇਟ ਕਿਉਂ ਨਹੀਂ ਰੱਖੀਆਂ ਗਈਆਂ ਲੋਕਾਂ ਦੀ ਨੌਲੇਜ ਦੇ ਵਿੱਚ? ਐਨਜੀਟੀ ਵੱਲੋਂ ਉਹਨਾਂ ਨੂੰ ਪਰਮਿਸ਼ਨ ਮਿਲੀ ਹੋਈ ਹੈ। ਮਤਲਬ ਇਹਦਾ ਕੋਈ ਸਮਝ ਨਹੀਂ ਆ ਰਹੀ ਵੀ ਇਹ ਕੀ ਕਰਨਾ। ਅੱਛਾ, ਹੁਣ ਵੀ ਤੁਸੀਂ ਜਿਹੜੀ ਬॉल ਹੈ ਕੋਰਟ ਦੇ ਪਾਲੇ 'ਚ ਪਾ ਦੇਣੀ ਹੈ। ਕੋਰਟ ਨੇ ਇਹਨੂੰ, ਕਿਉਂਕਿ ਪ੍ਰੋਸੀਜਰਲ ਐਰਰ ਦੇ ਨਾਲ ਹੀ ਸਾਰੇ ਜਿਹੜੇ ਸਰਕਾਰਾਂ ਦੇ ਹੁਕਮ ਹੈ ਉਹ ਰੱਦ ਕੀਤੇ ਜਾਂਦੇ ਨੇ, ਔਰ ਨਤੀਜੇ ਹੁੰਦੀ ਹੈ। ਔਰ ਹੁਣ ਵੀ ਇਹਨਾਂ ਨੇ ਸਾਰੀਆਂ ਪ੍ਰੋਸੀਜਰਲ ਐਰਰ ਕੀਤੀਆਂ ਨੇ। ਉਹਨੂੰ ਕੋਈ ਨੋਟਿਸ ਦਿੱਤਾ, ਉਹਦੇ ਪ੍ਰੀਤ ਬਾਲੀ ਦਾ ਸਟੇਟਮੈਂਟ ਹੈ ਕਿ ਸਾਨੂੰ ਨਾਲ ਹੀ ਨਹੀਂ ਲੈ ਕੇ ਗਏ ਜਦੋਂ ਸਫਲ ਕੀਤੇ। ਸੋ ਇਸ ਕਰਕੇ ਇਹ ਇੱਕ ਕਾਰਵਾਈ ਜ਼ਰੂਰ ਹੋਈ ਹੈ, ਪਰ ਮੈਨੂੰ ਨਹੀਂ ਲੱਗਦਾ। ਪਰ ਦੂਸਰੀ ਗੱਲ ਇਹ ਹੈ ਕਿ ਜੇ ਤੁਸੀਂ ਉੱਥੇ ਪੋਲਿਊਸ਼ਨ ਹੋ ਰਿਹਾ ਹੈ ਜੀ, ਤਾਂ ਤੁਸੀਂ ਮੋਨੀਟਰ ਕਿਉਂ ਨਹੀਂ ਕਰ ਰਹੇ? 10 ਮਹੀਨਿਆਂ ਦੀ ਸਰਕਾਰ ਬਣੀ ਹੈ, ਕੋਈ ਵੀ ਪੋਲਿਊਟੈਂਟ ਇਹੋ ਜਿਹਾ ਨਹੀਂ ਹੁੰਦਾ ਜਿਹਦੀ ਵੇਸਟ ਮੈਨੇਜਮੈਂਟ ਪਾਲਿਸੀ ਨਾ ਹੋਵੇ। ਰਾਦਰ ਟੈਕਨੋਲੋਜੀ ਜਦੋਂ ਡਿਵੈਲਪ ਹੁੰਦੀ ਹੈ, ਉਹ ਐਂਡ ਟੂ ਐਂਡ ਉਹਦਾ ਸਮਾਧਾਨ ਕਰਦੀ ਹੈ। ਜੇ ਸਮਾਧਾਨ ਕਰਦੀ ਹੈ, ਫਿਰ ਤੁਸੀਂ ਉਹਨੂੰ ਟ੍ਰੀਟ ਕਿਉਂ ਨਹੀਂ ਕਰ ਰਹੇ? ਤੁਸੀਂ ਟ੍ਰੀਟ ਕਰੋ ਅੱਗੇ ਲੋਕਾਂ ਨੂੰ ਇਨਵੈਸਟਮੈਂਟ। ਮਤਲਬ ਤੁਸੀਂ ਮੈਂ ਕਹਾਂ ਕਿ ਪਾਰਸ਼ਲੀ ਤੌਰ ਦੇ ਉੱਤੇ ਤਾਂ ਵੈਲਕਮ ਕਰ ਰਹੇ ਹੋ, ਪਰ ਤੁਹਾਨੂੰ ਲੱਗਦਾ ਕਿ ਡਿਸੀਜਨ ਜਦੋਂ ਤੱਕ ਇੰਪਲੀਮੈਂਟ ਨਹੀਂ ਹੁੰਦਾ ਉਸ ਵੇਲੇ ਤੱਕ ਕੁਐਸਚਨ ਮਾਰਕ ਹੈ? ਚੰਨੀ ਜੀ, ਇਹੀ ਕਹਿਣਾ ਚਾਹ ਰਹੇ ਹੋ? ਗੱਲ ਤੁਸੀਂ ਦੇਖੋ, ਉੱਥੇ ਡੰਡੇ ਵੀ ਵਾਹਤੇ, ਬੰਦੇ ਵੀ ਮਾਰਤੇ, 5 ਮਹੀਨੇ 6 ਮਹੀਨੇ ਉਹ ਵੀ ਲਗਾਤੇ। ਫਿਰ ਇਹ ਵੀ ਕਹਿੰਦੇ ਨੇ ਵੀ ਇਹ ਬਿਲਕੁਲ ਜਿਹੜੀ ਉਹਦੇ ਚ ਕੋਈ ਪੋਲਿਊਸ਼ਨ ਨਹੀਂ। ਸੀਚੇਵਾਲ ਸਾਹਿਬ ਵੀ ਵਿੱਚ ਇਨਵੋਲਵ ਹੋ ਗਏ ਕਿ ਮੇਰੀ ਹਾਜ਼ਰੀ ਜਦ ਭਰੋ। ਮਤਲਬ ਦੇ ਡੋਨਟ ਨੋ ਵਾਟ ਟੂ। ਜੇ ਇਹੀ ਗੱਲ ਕਰਨੀ ਸੀ ਤਾਂ ਪਹਿਲਾਂ ਕਿਉਂ ਨਹੀਂ ਕਰਦੀ? ਲੋਕਾਂ ਦੀਆਂ ਜਾਇਦਾਦਾਂ ਅਟੈਚ ਕੀਤੀਆਂ, ਕੁਰਕੀ ਕਰਾਈ, ਨਾ ਕੁਛ ਕਰਦੇ। ਉਹਦੀ ਲੋੜ, ਮੇਰਾ ਮਤਲਬ ਹੈਗਾ ਕਿ ਇਹਨਾਂ ਨੂੰ ਇਹ ਨਹੀਂ ਪਤਾ ਕਿ ਕੰਮ ਕਿਵੇਂ ਕਰਨਾ ਹੈ ਤੇ ਸਹਿਜ ਦੇ ਨਾਲ ਕੰਮ ਕਿਵੇਂ ਕਰਨਾ ਹੈ। ਉਹ ਆਰਾਮ ਨਾਲ ਕੰਮ ਹੋ ਸਕਦਾ, ਲੋਕਾਂ ਦੀ ਤਸੱਲੀ ਨਾਲ ਕੰਮ ਹੋ ਸਕਦਾ ਹੈ, ਉਹਨਾਂ ਦੇ ਜਿਹੜੇ ਪ੍ਰੋਟੈਸਟ ਨੇ ਉਹਨਾਂ ਦੀ ਤਸੱਲੀ ਨਾਲ ਕੰਮ ਹੋ ਸਕਦਾ ਹੈ, ਜਾਂ ਉਹਨਾਂ ਨੂੰ ਸਮਝਾਇਆ ਜਾ ਸਕਦਾ, ਜਾਂ ਉਹਨੂੰ ਰੈਗੂਲੇਟ ਕਰਕੇ ਜਿਹੜਾ ਪੋਲਿਊਸ਼ਨ ਦਾ ਲੈਵਲ ਹੈਗਾ ਉਹਨੂੰ ਵੀ ਨਾਰਮਲਾਈਜ਼ ਕੀਤਾ ਜਾ ਸਕਦਾ ਹੈ। ਜੇ ਏਦਾਂ ਅਸੀਂ ਫੈਕਟਰੀਆਂ ਬੰਦ ਕਰਨ ਲੱਗਾਂਗੇ ਫਿਰ ਤਾਂ ਸਾਰਾ ਬੰਦ ਕਰ ਦੋ, ਸਾਰਾ ਜਲੰਧਰ ਬੰਦ ਕਰ ਦੋ। ਠੀਕ ਹੈ ਸਰ, ਮੈਂ ਤੁਹਾਡੇ ਤੋਂ ਵਾਪਸ ਆਉਣਾ ਹੈ। ਮੈਨੂੰ ਲੱਗਦਾ ਕਿ ਅਹਿਬਾਬ ਗਰੇਵਾਲ ਜੀ ਇਸ ਦਾ ਜ਼ਿਕਰ ਕਰਨਗੇ। ਕੁਝ ਇਸ ਤਰੀਕੇ ਨਾਲ ਡਿਸੀਜਨ ਕਿਸਾਨ ਅੰਦੋਲਨ ਦੇ ਦੌਰਾਨ ਵੀ ਹੋਇਆ ਸੀ, ਸਾਲ ਸਵਾ ਸਾਲ ਨਿਕਲਣ ਤੋਂ ਬਾਅਦ, ਉਸ ਦੇ ਉੱਪਰ ਮੈਂ ਆਉਂਗਾ। ਪਰ ਮੈਂ ਖੜਿਆਲ ਸਾਹਿਬ ਦਾ ਰੁਖ ਕਰ ਲਾਂ। ਖੜਿਆਲ ਸਾਹਿਬ, ਤੁਹਾਡੀ ਆਵਾਜ਼ ਹੋਪਫੁਲੀ ਹੁਣ ਆਏਗੀ ਸਾਡੇ ਤੱਕ, ਦਰਸ਼ਕਾਂ ਤੱਕ ਪਹੁੰਚੇਗੀ, ਤੁਸੀਂ ਆਪਣੀ ਗੱਲ ਰੱਖ ਸਕਦੇ ਹੋ। ਪਹਿਲਾਂ ਤਾਂ ਗੌਰਵ ਜੀ, ਇਹ ਬਹੁਤ ਵੱਡਾ ਭੁਲੇਖਾ ਹੈ ਜੋ ਆਮ ਆਦਮੀ ਪਾਰਟੀ ਲੋਕਾਂ ਨੂੰ ਪਾਉਣ ਦੀ ਕੋਸ਼ਿਸ਼ ਕਰ ਰਹੀ ਹੈ ਕਿ ਅਸੀਂ ਆਪਣੀ ਖੁਸ਼ੀ ਨਾਲ ਕੀਤਾ। ਇਹ ਸਰਕਾਰ ਨੇ ਆਪਣੀ ਖੁਸ਼ੀ ਨਾਲ ਨਹੀਂ ਕੀਤਾ, ਇਹ ਸਰਕਾਰ ਨੂੰ ਕਰਨਾ ਪਿਆ। ਥੈਂਕਸ ਟੂ ਜਿਹੜਾ ਮੋਰਚਾ ਲੱਗਿਆ, 6 ਮਹੀਨੇ ਧਰਨਾ ਚੱਲਿਆ, ਲੋਕਾਂ ਨੇ ਲਾਠੀਆਂ ਹੰਡਾਈਆਂ, ਸੱਟਾਂ ਹੰਡਾਈਆਂ, ਆਪਦੇ ਘਰ ਦੇ ਚਿਰਾਗ ਬੁਝਦੇ ਦੇਖੇ ਹੈ, ਤੇ ਉਹ ਤੋਂ ਬਾਅਦ ਜਾ ਕੇ ਇਹ ਸਰਕਾਰ ਦਾ ਹੰਕਾਰ ਟੁੱਟਿਆ। ਇਹਨਾਂ ਨੂੰ ਝੁਕਣਾ ਪਿਆ ਸੱਚ ਦੇ ਮੂਹਰੇ ਤੇ ਸਹੀ ਦੇ ਮੂਹਰੇ, ਤਾਂ ਕਰਕੇ ਹੋਇਆ। ਜੇ ਆਪਦੀ ਖੁਸ਼ੀ ਕਰਕੇ ਕਰਦੇ ਤਾਂ 6 ਮਹੀਨੇ ਪਹਿਲਾਂ ਕਰ ਦਿੰਦੇ। ਇਹ 10 ਮਹੀਨੇ ਸਰਕਾਰ ਬਣੇ ਹੋ ਗਏ ਉਦੋਂ ਕਰ ਦਿੰਦੇ। ਇਹਨਾਂ ਨੂੰ ਮਜਬੂਰਨ ਇਹ ਫੈਸਲਾ ਲੈਣਾ ਪਿਆ। ਦੂਜੀ ਗੱਲ, ਆਮ ਆਦਮੀ ਪਾਰਟੀ ਨੇ ਇਹ ਤਾਂ ਰਿਅਲਾਈਜ਼ ਕਰ ਲਿਆ, ਇਹਨਾਂ ਨੂੰ ਅਹਿਸਾਸ ਹੋ ਗਿਆ ਕਿ ਪੋਲਿਊਸ਼ਨ ਹੋ ਰਿਹਾ ਸੀ ਉੱਥੇ, ਲੇਕਿਨ ਜਿਹੜੇ ਪਰਚੇ ਕੀਤੇ ਲੋਕਾਂ ਤੇ, ਜਿਹੜੇ ਅੱਛਾ ਲਾਠੀਆਂ ਵੀ ਉਹ ਖਾਣ ਤੇ ਪਰਚੇ ਵੀ ਉਹਨਾਂ ਤੇ ਹੋਣ, ਤੇ ਮੈਨੂੰ ਲੱਗਦਾ ਇਹ ਤੋਂ ਵੱਡੀ ਟ੍ਰੈਵੈਸਟੀ ਆਫ ਜਸਟਿਸ ਨਹੀਂ ਹੋ ਸਕਦੀ।
ਜਸਟਿਸ ਇਨਸਾਫ ਦਾ ਘਾਣ ਨਹੀਂ ਹੋ ਸਕਦਾ। ਤੁਸੀਂ ਦੇਖੋ ਅੱਜ ਜੇ ਕਹਿ ਰਹੇ ਕਿ ਉਹਨੂੰ ਅੱਜ ਇਹ ਫੈਸਲਾ ਲੈ ਰਹੇ ਉਹਨੂੰ ਬੰਦ ਹੋ ਜਾਣਾ ਚਾਹੀਦਾ ਹੈ, ਤਾਂ ਆਮ ਆਦਮੀ ਪਾਰਟੀ ਇਹ ਕਿਉਂ ਨਹੀਂ ਕਹਿ ਰਹੀ ਵੀ ਪਰਚੇ ਗਲਤ ਸੀਗੇ, ਉਹ ਪਰਚੇ ਵਾਪਸ ਹੋਣਗੇ? ਉਹਦਾ ਜ਼ਿਕਰ ਵੀ ਨਹੀਂ ਕੀਤਾ। ਇਤੋਂ ਪਤਾ ਲੱਗਦਾ ਹੈ ਕਿ ਆਮ ਆਦਮੀ ਪਾਰਟੀ ਦੀ ਨੀਅਤ ਹੈ ਹੀ ਕੁਝ ਹੋਰ। ਦੂਜਾ, ਇਹਨਾਂ ਨੂੰ ਅਸੀਂ ਕਹਿੰਦੇ ਆ ਵੀ ਪਹਿਲਾਂ ਤਾਂ ਮਾਫੀ ਮੰਗੋ ਤੇ ਇੱਥੇ ਡੇਟ ਦੱਸਣ ਡਿਬੇਟ ਦੇ ਵਿੱਚ ਕਦੋਂ ਤੱਕ ਪਰਚੇ ਵਾਪਸ ਹੋਣਗੇ, ਕਿਉਂਕਿ ਤੁਸੀਂ ਜੇ ਕਹਿ ਰਹੇ ਹੋ ਵੀ ਸ਼ਟ ਹੋਣਾ ਚਾਹੀਦਾ ਫੈਕਟਰੀ ਨੂੰ, ਉਹ ਗਲਤ ਹੈ। ਤੇ ਦੇਅਰਫੋਰ ਆਮ ਆਦਮੀ ਪਾਰਟੀ ਡੇਟ ਦੱਸੇ ਤੇ ਦੂਜਾ ਇਹ ਵੀ ਦੱਸੇ ਕਿ ਤੁਸੀਂ ਮੁਆਵਜ਼ਾ ਕਦੋਂ ਤੱਕ ਦੋਗੇ। ਭਗਵੰਤ ਮਾਨ ਸਾਹਿਬ ਨੇ ਨਾ ਕਿਤੋਂ ਪਾਣੀ ਪੀਤਾ ਸੀਗਾ ਤੇ ਉਹ ਤੋਂ ਬਾਅਦ ਬਿਮਾਰ ਹੋ ਗਏ ਸੀਗੇ ਗੌਰਵ। ਬਿਮਾਰ ਹੋਣ ਤੋਂ ਬਾਅਦ ਉਹ 에ਅਰਲਿਫਟ ਹੋਏ ਦਿੱਲੀ, ਉਹਨਾਂ ਨੂੰ ਵੇਦਾਂਤਾ ਜਾਂ ਟੌਪ ਦੇ ਹਸਪੀਟਲ ਲੈ ਕੇ ਗਏ ਤੇ ਇਹ ਕਹਿੰਦਾ ਨਾ ਅਸੀਂ ਆਮ ਆਦਮੀ ਹੈ। ਤੇ ਜੇ ਆਮ ਆਦਮੀ ਹੋ ਤੇ ਬਰਾਬਰ ਦੇ ਉਹੀ ਟ੍ਰੀਟਮੈਂਟ, ਉਹੀ ਜਿਹੜਾ ਕੰਪਨਸੇਸ਼ਨ ਹੈ ਉਹ ਲੋਕਾਂ ਨੂੰ ਵੀ ਮਿਲਣੀ ਚਾਹੀਦੀ ਹੈ। ਤੇ ਆਮ ਆਦਮੀ ਪਾਰਟੀ ਮੇਕ ਸ਼ੋਰ ਕਰੇ ਕਿ ਮੁਆਵਜ਼ਾ ਟਾਈਮਲੀ ਫੈਸ਼ਨ ਦੇ ਵਿੱਚ ਦਿੱਤਾ ਜਾਵੇ। ਜਿਹੜੇ ਲੋਕ ਉੱਥੇ ਸ਼ਹੀਦ ਹੋਏ ਹੈ ਉਹ ਗੰਦਾ ਪਾਣੀ ਪੀਣ ਕਰਕੇ, ਗੰਦੀ ਹਵਾ ਕਰਕੇ। ਚੌਥਾ, ਇਹਨਾਂ ਨੂੰ ਇਹ ਵੀ ਸਵਾਲ ਹੈ ਕਿ ਇਹ ਟੈਂਪਰੇਰੀ ਹੈ ਜਾਂ ਫਿਰ ਇਹ ਪਰਮਾਨੈਂਟ ਸ਼ਟਡਾਊਨ ਹੈ, ਕਿਉਂਕਿ ਆਮ ਆਦਮੀ ਪਾਰਟੀ ਨੂੰ ਸਵਾਲ ਬਹੁਤ ਵਾਰੀ ਕੀਤਾ ਹੈ, ਅੱਜ ਬਹੁਤ ਵਾਰੀ ਸਵਾਲ ਹੋਇਆ ਆਮ ਆਦਮੀ ਪਾਰਟੀ ਨੂੰ, ਲੇਕਿਨ ਕਿਸੇ ਲੀਡਰ ਨੇ ਕਲੀਅਰ ਜਵਾਬ ਨਹੀਂ ਦਿੱਤਾ। ਸੋ ਔਨ ਰਿਕਾਰਡ ਗਰੇਵਾਲ ਸਾਹਿਬ ਇੱਥੇ ਸਪਸ਼ਟ ਕਰਨ ਵੀ ਇਹ ਪਰਮਾਨੈਂਟ ਸ਼ਟਡਾਊਨ ਕੀਤਾ ਗਿਆ ਜਾਂ ਫਿਰ ਟੈਂਪਰੇਰੀ ਸ਼ਟਡਾਊਨ ਕੀਤਾ ਗਿਆ। ਤੇ ਜਿੱਥੋਂ ਤੱਕ ਗੌਰਵ ਜੀ ਲਾਸਟ ਚੀਜ਼ ਹੈ ਜੀ, ਨਾ ਤਾਂ ਇਹਨਾਂ ਤੋਂ ਫੈਕਟਰੀ ਵਾਲੇ ਖੁਸ਼ ਹੈ ਤੇ ਨਾ ਹੀ ਇਹਨਾਂ ਤੋਂ ਲੋਕ ਖੁਸ਼ ਹੈ। ਲੋਕ ਧਰਨਾ ਦੇ ਰਹੇ ਹੈ ਤੇ ਫੈਕਟਰੀ ਵਾਲੇ ਆਪਣੀ ਫੈਕਟਰੀਆਂ ਬੰਦ ਕਰਕੇ ਬੈਠੇ ਆ। ਸਾਂਝੇ ਮੋਰਚੇ ਦੇ ਨੁਮਾਇੰਦੇ ਸਾਡੇ ਨਾਲ ਖੜਿਆਲ ਸਾਹਿਬ, ਉਹ ਤਾਂ ਵੈਲਕਮ ਕਰ ਰਹੇ ਨੇ। ਵੈਲਕਮ ਦੇਖੋ, ਵੈਲਕਮ ਤਾਂ ਕਰਾਇਆ ਨਾ, ਪਰ ਇਹਨਾਂ ਨੂੰ ਸਰਕਾਰ ਨੂੰ ਦਬਣਾ ਪਿਆ, ਝੁਕਣਾ ਪਿਆ, ਕਿਉਂਕਿ ਲੋਕ ਜੋ ਕਹਿ ਰਹੇ ਸੀ ਉਹ ਸੱਚ ਸੀਗਾ, ਉਹ ਠੀਕ ਸੀ। ਉੱਥੇ ਪੋਲਿਊਸ਼ਨ ਸੀਗਾ, ਉੱਥੇ ਪਾਣੀ ਵੀ ਗੰਦਾ ਪੀਤਾ, ਗੰਦੀ ਹਵਾ ਸਾਹ ਲੈਂਦੇ ਸੀਗੇ, ਲੋਕ ਮਰੇ ਵੀ ਉਸ ਚੀਜ਼ ਕਰਕੇ, ਤਾਂ ਕਰਕੇ ਸਰਕਾਰ ਨੂੰ ਝੁਕਣਾ ਪਿਆ। ਸੋ ਵੈਲਕਮ ਸਟੈਪ ਹੈ, ਲੇਕਿਨ ਮਰਜ਼ੀ ਨਾਲ ਨਹੀਂ ਲਿਆ ਗਿਆ, ਮਜਬੂਰਨ ਲੈਣਾ ਪਿਆ। ਤੇ ਲੋਕਾਂ ਦੀ ਬਿੱਲ ਸੀਗੀ, ਲੋਕਾਂ ਦੀ ਮਿਹਨਤ ਸੀ, ਜਿਹਦੇ ਕਰਕੇ ਆ ਚੀਜ਼ ਹੋ ਸਕੀ। ਜੀ ਠੀਕ ਹੈ, ਆਪਾਂ ਇੱਕ ਵਾਰ ਰੁਕ ਕਰਦੇ ਹਾਂ ਹੁਣ ਅਹਿਬਾਬ ਗਰੇਵਾਲ ਜੀ ਦਾ। ਗਰੇਵਾਲ ਸਾਹਿਬ, ਆਮ ਤੌਰ ਤੇ ਸ਼ੁਰੂਆਤ ਤੁਹਾਡੇ ਤੋਂ ਕਰਦੇ ਹਾਂ, ਪਰ ਜ਼ਰੂਰੀ ਹੋ ਜਾਂਦਾ ਕਈ ਵਾਰ ਕਿ ਬਾਕੀ ਪੋਲੀਟੀਕਲ ਪਾਰਟੀਆਂ ਤੁਹਾਡੇ ਪੈਨਲਿਸਟ ਨਾਲ ਦੇ ਅੱਜ ਕੀ ਸੋਚ ਰਹੇ ਨੇ ਉਹ ਲੋਕਾਂ ਤੱਕ ਪਹਿਲਾਂ ਪਹੁੰਚ ਸਕੇ। ਮੈਂ ਸਵਾਲ ਦੀ ਸ਼ੁਰੂਆਤ ਕਰਦਾ ਹਾਂ ਜੋ ਖੜਿਆਲ ਸਾਹਿਬ ਨੇ ਕਿਹਾ, ਇਹ ਟੈਂਪਰੇਰੀ ਸ਼ਟਡਾਊਨ ਹੈ ਜਾਂ ਪਰਮਾਨੈਂਟ ਹੈ। ਪੁਆਇੰਟ ਨੰਬਰ 2 ਕਿ ਇੰਪਲੀਮੈਂਟ ਕਿਵੇਂ ਤੇ ਕਦੋਂ ਹੋਏਗਾ, ਕਿਉਂਕਿ ਡਾਕਟਰ ਗੁਰਚਰਨ ਜੀ ਸਾਡੇ ਨਾਲ ਬੈਠੇ ਨੇ ਸਾਂਝੇ ਮੋਰਚੇ ਵਾਲੇ, ਉਹ ਵੀ ਕਹਿ ਰਹੇ ਨੇ ਕਿ ਸਾਡੀਆਂ ਹੋਰ ਵੀ ਮੰਗਾਂ ਹੈਗੀਆਂ ਨੇ, ਉਸ ਤੋਂ ਬਾਅਦ ਅਸੀਂ ਧਰਨੇ ਵਾਲੀ ਗੱਲ ਦੇ ਉੱਪਰ ਜਾਵਾਂਗੇ। ਗੱਲ ਜੀ, ਮੈਂ ਸਿਆਸੀ ਗੱਲ ਤੇ 2 ਮਿੰਟ ਰੁਕ ਕੇ ਆਉਂਗਾ। ਪਹਿਲਾਂ ਆਪਾਂ ਇੱਕ ਗੱਲ ਕਰ ਲਈਏ, ਇੱਕ ਛੋਟਾ ਜਿਹਾ ਨੰਬਰ ਬੋਲੂੰਗਾ, 1,18,000 ਜੀ 1,18,000 ਤਾਂ ਪੰਜਾਬ ਚ ਹੁੰਦੀਆਂ ਨੇ ਵਾਟਰਬੋਰਨ ਡਿਜ਼ੀਜ਼ਸ ਨਾਲ। ਜਿਹੜਾ ਪ੍ਰਦੂਸ਼ਿਤ ਪਾਣੀ ਆਪਾਂ ਪੀਂਦੇ ਆ ਨਾ, 1,18,000 ਮੁਆਵਜ਼ਾ ਤਾਂ ਪੰਜਾਬ ਮੰਗਦਾ ਜੀ, ਮੁਆਵਜ਼ਾ ਤਾਂ ਪੰਜਾਬ ਮੰਗਦਾ। ਮੈਂ ਪਤਾ ਨਹੀਂ ਕਿਉਂ ਮੇਰੀ 97 ਤੇ ਜਾ ਕੇ ਸੂਈ ਫਸ ਜਾਂਦੀ, ਕਿਉਂਕਿ ਸ਼ਾਇਦ ਮੈਂ ਪਹਿਲੀ ਵਾਰੀ ਵੋਟ ਪਾਈ ਸੀ ਤੇ 97 ਤੋਂ ਬਾਅਦ ਪੰਜਾਬ ਦੇ ਵਿੱਚ ਜਿਹੜਾ ਵਾਟਰ ਟੇਬਲ, ਵਾਟਰ ਲੈਵਲ, এনवायरमेंटल ਪੋਲਿਊਸ਼ਨ ਦੀ ਮੈਂ ਜੇ ਰਿਕਾਰਡਸ ਦੱਸਾਂ ਆਪਣੇ ਵੀਰਾਂ ਨੂੰ ਹੈਰਾਨ ਹੋ ਜਾਣਗੇ। ਮੇਰੇ ਕੋਲ ਫਿਗਰਸ ਹੈ। ਮੈਂ ਗੱਲ ਹੋਰ ਕਰਨੀ ਚਾਹੁੰਦਾ, ਡਾਕਟਰ ਸਾਹਿਬ ਨੇ ਗੱਲ ਕਹੀ ਬਿਲਕੁਲ ਠੀਕ, ਲੋਕਾਂ ਨੇ ਜ਼ੋਰ ਮਾਰਿਆ। ਡਾਕਟਰ ਸਾਹਿਬ ਨੇ ਕਿਹਾ ਕਿ ਸਮੇਟਣ ਨੂੰ ਸਮਾਂ ਲੱਗਦਾ, ਬਿਲਕੁਲ ਲੱਗਦਾ। ਤੇ ਜੇ ਸਮੇਟਣ ਨੂੰ ਸਮਾਂ ਲੱਗਦਾ ਤਾਂ ਸਰਕਾਰ ਨੂੰ ਸਮਾਂ ਲੱਗਿਆ ਸਾਰੇ ਪਹਿਲੂ ਘੋਖਣ, ਇਹ ਘੋਖਣ ਨੂੰ ਕਿ ਕੀ ਕੁਤਾਹੀ ਹੈ, ਕੀ ਹੋ ਸਕਦਾ, ਅਸੀਂ ਕੀ ਕਰ ਸਕਦੇ ਹਾਂ, ਇਹ ਸਮਾਂ ਲੱਗਿਆ ਸਰਕਾਰ ਨੂੰ। ਐਂਡ ਕਿਉਂਕਿ ਮਾਨਯੋਗ ਹਾਈ ਕੋਰਟ ਇਨਵੋਲਵਡ ਸੀਗਾ, ਇਸ ਕਰਕੇ ਉਸ ਨੂੰ ਇੱਕ ਤਰੀਕੇ ਨਾਲ ਕਰਨਾ ਪਿਆ। ਹੁਣ ਇਸ ਵੇਲੇ ਦੀ ਗੱਲ, ਸਰਕਾਰ ਨੇ ਇੱਕ ਬੜੀ ਕਲੀਅਰ ਫੈਸਲਾ ਲੈ ਲਿਆ ਕਿ ਇਹ ਪੋਲਿਊਸ਼ਨ ਹੋ ਰਹੀ ਸੀਗੀ ਐਂਡ ਅਸੀਂ ਇਹਨੂੰ ਬੰਦ ਕਰਾਂਗੇ। ਹੁਣ ਜੇ ਮਾਨਯੋਗ ਹਾਈ ਕੋਰਟ ਇਨਵੋਲਵਡ ਆ, ਕੀ ਕਹੀਏ ਜੀ ਕਿ ਅਸੀਂ ਤੁਹਾਡੀ ਨਹੀਂ ਮੰਨਦੇ, ਇਹ ਅਸੀਂ ਨਹੀਂ ਕਰ ਸਕਦੇ ਜੀ, ਪਹਿਲੀ ਗੱਲ। ਦੂਜੀ ਗੱਲ, ਸਰਕਾਰ ਨੇ ਇੱਕ ਫੈਸਲਾ ਹੋਰ ਲਿਆ ਕਿ ਪੰਜਾਬ ਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਜਿਹੜੀ ਆ ਪੋਲਿਊਸ਼ਨ ਹੈ, ਮਾਨ ਸਾਹਿਬ ਨੇ ਇਹਨਾਂ ਦੇ ਨਾਲ ਮੀਟਿੰਗ 'ਚ, ਕਿਸਾਨ ਵੀਰਾਂ ਨਾਲ ਮੀਟਿੰਗ 'ਚ ਕਿਹਾ ਸੀਗਾ ਕਿ ਪੰਜਾਬ ਪੋਲਿਊਸ਼ਨ ਕੰਟਰੋਲ ਬੋਰਡ ਜਿਹੜਾ ਨਾ ਉਹ 'ਚੋਂ ਕੰਟਰੋਲ ਕੱਢ ਦਿੱਤਾ ਗਿਆ। ਪੰਜਾਬ ਪੋਲਿਊਸ਼ਨ ਬੋਰਡ ਸੀ ਉਹ, ਇੱਥੇ ਕੋਈ ਜਾਂਦਾ ਨਹੀਂ ਸੀ। ਮੁੜ ਕੇ ਚੰਨੀ ਸਰ ਨੇ ਦੇਖਿਆ ਇਹਨਾਂ ਦੇ ਟੈਨਿਓਰ ਦੇ ਦੌਰਾਨ ਹੀ ਇਹ ਸਭ ਤੋਂ ਲੂਕਰੇਟਿਵ ਹੋ ਗਿਆ ਸੀਗਾ, ਪਹਿਲੀ ਗੱਲ। ਹੁਣ ਮੈਂ ਗੱਲ ਕਰੂੰਗਾ ਕਿ ਪੰਜਾਬ ਦੇ ਲਈ ਇੱਕ ਕੰਪਰੀਹੈਂਸਿਵ ਪਾਲਿਸੀ ਲਿਆਉਣ ਦੀ ਲੋੜ ਹੈ। ਤੁਹਾਡਾ ਸਵਾਲ ਸੀਗਾ ਜਦੋਂ ਪ੍ਰੋਗਰਾਮ ਸ਼ੁਰੂ ਹੋਇਆ ਕਿ ਆਪਾਂ ਨੂੰ ਚਾਹੀਦੀ ਹੈ, ਇੱਕ ਆਪਾਂ ਨੂੰ ਤਰੱਕੀ ਵੀ ਚਾਹੀਦੀ ਹੈ, ਆਪਾਂ ਨੂੰ ਇੰਡਸਟਰੀ ਵੀ ਚਾਹੀਦੀ ਹੈ ਤੇ ਆਪਾਂ ਨੂੰ এনवायरमेंट ਵੀ ਚਾਹੀਦਾ। ਪੰਜਾਬ ਸਰਕਾਰ ਵਚਨਬੱਧ ਹੈ ਉਸ ਬੈਲੈਂਸ ਰੱਖਣ ਲਈ। ਐਂਡ
ਅੱਜ ਮੈਂ ਬੇਨਤੀ ਕਰੂੰਗਾ ਕਿ ਨਵੀਂ ਪੀੜ੍ਹੀ ਕਿਸਾਨ ਵੀਰਾਂ ਦੀ ਕਿਸਾਨ ਲੀਡਰਸ਼ਿਪ ਬਣ ਕੇ ਉੱਭਰ ਰਹੀ ਹੈ। ਹੁਣ ਉਹ ਨਵੀਂ ਪੀੜ੍ਹੀ, ਕਿਉਂਕਿ ਆਪਾਂ ਨੂੰ ਜੋ ਵਿਰਾਸਤ 'ਚ ਮਿਲਿਆ ਉਹਨੂੰ ਆਪਾਂ ਨੂੰ ਸਭ ਨੂੰ ਰਲ ਕੇ ਸੁਧਾਰਨਾ ਪੈਣਾ, ਉਹਨੂੰ ਸਭ ਨੂੰ ਰਲ ਕੇ ਵਧਾਉਣਾ ਪੈਣਾ। ਉਹ ਸਰਕਾਰ ਨਾਲ ਕੰਮ ਕਰੇ, ਸਰਕਾਰ ਉਹਨਾਂ ਨਾਲ ਕੰਮ ਕਰਨ ਨੂੰ ਤਿਆਰ ਹੈ, ਤੇ ਉਸ ਨਵੀਂ ਪੀੜ੍ਹੀ ਨਾਲ ਅਸੀਂ ਕਹਿੰਦੇ ਹਾਂ ਕਿ ਕੰਪੀਟੀਸ਼ਨ ਦੀ ਬਜਾਏ ਆਪਾਂ ਰਲ ਕੇ ਕੰਮ ਕਰੀਏ। ਹੁਣ ਮੈਂ ਆਉਣਾ ਸਿਆਸੀ ਪਾਰਟ ਤੇ ਕੋਈ ਕਹਿੰਦਾ ਜੀ ਤੁਹਾਡੀ ਕ੍ਰੈਡੀਬਿਲਿਟੀ ਹੈ ਨਹੀਂ, ਕੋਈ ਕਹਿੰਦਾ ਜੀ ਵਕੀਲ ਸਾਹਿਬ, ਦੋ ਮੇਰੇ ਵੀਰ ਵਕੀਲ ਨੇ, ਉਹ ਕਹਿੰਦੇ ਹਾਈ ਕੋਰਟ ਚਾਹੋ ਤੁਹਾਨੂੰ ਉੱਥੇ ਦੇਖਾਂਗੇ, ਏਜੀ ਆਫਿਸ ਗਲਤ ਹੈ। ਸਰਕਾਰ ਨੇ ਇਨ ਪ੍ਰਿੰਸੀਪਲ ਇੱਕ ਫੈਸਲਾ ਲੈ ਲਿਆ। ਚੰਨੀ ਸਰ ਨੇ ਕਿਹਾ ਚੈਲੰਜ ਕਿਉਂ ਨਹੀਂ ਕੀਤਾ ਗਿਆ? ਸਰ, ਜਿਹੜੇ ਪੈਸੇ ਦਿੱਤੇ ਗਏ, ਹਾਈ ਕੋਰਟ ਬਹੁਤ ਕੜਕ ਸੀਗਾ, ਉਸ ਰੁਖ ਨੂੰ ਦੇਖਦੇ ਹੋਏ ਇਹਦਾ ਚੈਲੰਜ ਵੀ ਹੋਏਗਾ, ਐਂਡ ਜੇ ਸਰਕਾਰ ਪੈਸੇ ਦਿੰਦੀ ਹੈ ਵਿਦ ਇੰਟਰਸਟ ਵਾਪਸ ਵੀ ਲੈ ਸਕਦੀ ਹੈ, ਇਹਦੇ 'ਚ ਕੋਈ ਨਹੀਂ। ਅਸੀਂ ਗੌਰਵ ਜੀ ਕੋਸ਼ਿਸ਼ ਤਾਂ ਸ਼ੁਰੂ ਕੀਤੀ, ਅਸੀਂ ਗੱਲ ਤਾਂ ਕਰਨੀ ਸ਼ੁਰੂ ਕੀਤੀ, ਅਸੀਂ ਗੱਲ ਤਾਂ ਕਹਿੰਦੇ ਤੁਸੀਂ ਬਹੁਤ ਦੇਰ ਕਰ ਦਿੱਤੀ, ਕਹਿੰਦੇ ਜੇ ਡਿਸੀਜਨ ਲੈਣਾ ਹੀ ਸੀ ਪਹਿਲਾਂ ਲੈ ਲੈਂਦੇ, ਨਹੀਂ ਜ਼ਬਰਦਸਤ ਸਰਦੀ 'ਚ ਬਿਠਾਈ ਰੱਖਿਆ ਲੋਕਾਂ ਨੂੰ ਉੱਥੇ। ਜੀ ਮੈਂ ਕਹਿੰਦਾ ਇੱਕ ਗੱਲ ਦੇਖੋ, ਪੰਜਾਬ ਦੇ ਲੋਕ ਕਦੋਂ ਨਹੀਂ ਸੰਘਰਸ਼ ਕੀਤਾ, ਇਹਨਾਂ ਨੂੰ ਸਭ ਨੂੰ ਅੱਜ ਯਾਦ ਆ ਰਿਹਾ। 97 ਮੈਂ ਫੇਰ ਬੈਂਚਮਾਰਕ ਲੈ ਰਿਹਾ, ਜਦੋਂ ਹਰਿਤ ਕ੍ਰਾਂਤੀ ਦੇ ਜਿਹੜੇ ਆਪਾਂ ਨੂੰ ਫਾਇਦੇ ਹੋਏ ਸੀ ਉਹ ਖਤਮ ਹੋ ਗਏ ਸੀ। ਉਸ ਤੋਂ ਬਾਅਦ ਕਿਸੇ ਨੇ ਇੱਕ ਕੋਸ਼ਿਸ਼ ਕੀਤੀ, ਕੈਂਸਰ ਟ੍ਰੇਨਾਂ ਚੱਲਣ ਲੱਗ ਪਈਆਂ ਜੀ, ਕੈਂਸਰ ਟ੍ਰੇਨਾਂ ਚੱਲਣ ਲੱਗ ਪਈਆਂ, ਹੈਲਥ ਇਨਫਰਾਸਟ੍ਰਕਚਰ ਬੈਟਰ ਕਰ ਰਹੇ ਆ, ਫਿਕਰ ਨਾ ਕਰੋ ਬੈਟਰ ਹੋਊਗਾ। ਇਹ ਡਾਕਟਰ ਵੀ ਆਪ ਕਹਿੰਦੇ ਨੇ ਖਾਨ ਨੇ ਪਾਣੀ ਪੀ ਲਿਆ ਬਿਮਾਰ ਹੋ ਗਏ, ਇਹ ਵਕੀਲ ਤਾਂ ਹੈਗੇ ਆ, ਫਿਰ ਇਹ ਜੱਜ ਜੂਰੀ ਐਕਸੀਕਿਊਸ਼ਨਰ ਵੀ ਬਣ ਜਾਂਦੇ ਆ। ਤੁਸੀਂ ਆਹ ਗਲਤ ਕੀਤਾ, ਤੁਹਾਨੂੰ ਐਕਸਪੀਰੀਅੰਸ ਨਹੀਂ ਹੈਗਾ ਭਾਈ ਸਾਹਿਬ। ਪਰ ਹੁਣ ਅਸੀਂ ਇੱਕ ਫੈਸਲਾ ਲੈ ਲਿਆ ਕਿ ਪੰਜਾਬ ਦੇ ਵਿੱਚ ਸਭ ਤੋਂ ਪਹਿਲਾਂ এনवायरमेंट ਪ੍ਰੋਟੈਕਟ ਹੋਏਗਾ, ਕਿ ਅਸੀਂ ਆਪਣੀ ਆਉਣ ਵਾਲੀਆਂ ਪੀੜ੍ਹੀਆਂ ਨੂੰ ਕੁਝ ਬਿਹਤਰ ਦੇਣਾ ਚਾਹੁੰਦੇ ਹਾਂ। ਸੈਕੰਡਲੀ ਗੌਰਵ ਜੀ, ਜਿਹੜੀ ਬਹੁਤ ਇੰਪੋਰਟੈਂਟ ਗੱਲ ਹੈ ਕਿ ਜਿਹੜਾ ਬੈਲੈਂਸ ਹੈ ਇੰਡਸਟਰੀਅਲਾਈਜੇਸ਼ਨ ਦੇ ਵਿੱਚ ਤੇ ਤਰੱਕੀ ਦੇ ਵਿੱਚ। ਹੁਣ ਜੇ ਐਗਰੀਕਲਚਰ ਵੀ ਬਦਲਣਾ ਹੈ, ਇੰਡਸਟਰੀ ਵੀ ਲਾਉਣੀ ਹੈ, ਜਿਹੜੀ ਆ ਨਵੀਂ ਪੀੜ੍ਹੀ ਕਿਸਾਨ ਵੀ ਉੱਭਰ ਕੇ ਆ ਰਹੀ ਹੈ, ਜਿਹੜੇ ਬਹੁਤ ਸਮਝਦਾਰ ਪੜ੍ਹੇ ਸੂਝਵਾਨ ਨੇ, ਉਹਨਾਂ ਨੂੰ ਅਸੀਂ ਬੇਨਤੀ ਕਰਦੇ ਹਾਂ ਕਿ ਟੀਮ ਕਰੀਏ, ਟੀਮ ਕਰਕੇ ਆਪਾਂ ਕੰਮ ਕਰੀਏ। ਜਿਹੜੀ ਸਿਆਸੀਆਂ ਗੱਲਾਂ ਗੌਰਵ ਜੀ, ਮੈਂ ਉਹ ਕਿਉਂ ਸੌਰੀ ਗੌਰਵ ਜੀ, ਮੈਂ 10 ਮਿੰਟ ਐਕਸਟਰਾ ਕਰ ਲਓ ਕੰਪਲੀਟ, ਆਪਾਂ ਥੋੜਾ ਛੋਟਾ ਰੱਖਿਓ ਤਾਂ ਕਿ ਵਾਰ-ਵਾਰ ਮੈਂ ਸਭ ਦੇ ਰਿਐਕਸ਼ਨ ਲੈ ਸਕਾਂ। ਜੀ ਪਲੀਜ਼ ਕੰਪਲੀਟ ਕਰ ਲਓ ਤੁਸੀਂ। ਜਿਹੜਾ ਸਾਨੂੰ ਕਿਹਾ ਜੀ ਤੁਸੀਂ ਭਲੇਖੇ ਚੋਂ, ਤੁਸੀਂ ਝੁੱਗੇ, ਤੁਸੀਂ ਕਾਊ ਡਾਊਨ ਕਰਕੇ, ਤੁਸੀਂ ਫਲਾਣਾ ਕਰਕੇ, ਅਸੀਂ ਇੱਕ ਗੱਲ ਕਹਿ ਰਹੇ ਹਾਂ ਸਰ, ਸਾਡੀ ਕ੍ਰੈਡੀਬਿਲਿਟੀ ਜੋ ਵੀ ਹੈ, ਅਸੀਂ ਕੋਸ਼ਿਸ਼ ਕਰਕੇ ਪੰਜਾਬ ਦੇ ਲੋਕਾਂ ਨੂੰ ਕਹਿ ਰਹੇ ਹਾਂ ਕਿ ਇੱਕ ਇਮਾਨਦਾਰ ਕੋਸ਼ਿਸ਼ ਹੋ ਰਹੀ ਹੈ, ਸਾਡੇ ਨਾਲ ਲੜ ਕੇ ਕਰ ਲਓ। ਇਹ ਸਿਆਸਤ ਹੁੰਦੀ ਰਹੇਗੀ, ਇਹ ਕਿਸੇ ਜਿਮਨੀ ਚੋਣ ਕਰਕੇ ਕਿਸੇ ਕਰਕੇ ਨਹੀਂ ਹੋਇਆ, ਇਹ ਪੰਜਾਬ ਲਈ ਕੀਤਾ ਗਿਆ, ਤੇ ਧੁਰਥੇ ਹੀ ਲੜਾਂਗੇ ਜਿੱਥੇ ਵੀ ਕਿਤੇ ਕੋਈ ਖਰਾਬੀ ਹੋ ਰਹੀ ਹੈ। ਪੰਜਾਬ ਦੇ ਵਿੱਚ ਤੁਹਾਨੂੰ ਦੱਸਿਆ 1,18,000 ਬੰਦਾ ਮਰਦਾ ਜੀ ਪੋਲਿਊਸ਼ਨ ਰਿਲੇਟਡ ਡਿਜ਼ੀਜ਼ ਨਾਲ, ਕੈਂਸਰ ਫੈਲ ਗਿਆ, ਉਹਨੂੰ ਰੋਕਣਾ। ਆਪਣੇ ਬੱਚਿਆਂ ਨੂੰ ਮਰ ਕੇ ਤੁਹਾਡੀ ਆਬਾਦੀ ਦਾ 0.25% ਹਰ ਸਾਲ ਮਰ ਰਿਹਾ ਹੈ, ਐਂਡ ਉਹਨੂੰ ਆਪਾਂ ਬਚਾਉਣ ਬਾਰੇ ਸੋਚਿਆ ਹੀ ਨਹੀਂ। ਤੁਸੀਂ ਕਸੂਰਵਾਰ ਦੱਸ ਰਹੇ ਹੋ ਨਾ, ਤੁਸੀਂ ਕਹਿ ਰਹੇ ਹੋ ਕਿ ਜਿਹੜੀਆਂ ਫੈਕਟਰੀਆਂ ਲੱਗੀਆਂ ਜਾਂ ਜਿਸ ਦੀ ਵਜ੍ਹਾ ਨਾਲ ਨੁਕਸਾਨ ਹੋਇਆ ਉਹ ਸਾਬਕਾ ਸਰਕਾਰਾਂ ਜ਼ਿੰਮੇਵਾਰ ਨੇ। ਨਹੀਂ, ਮੈਂ ਇਹ ਕਹਿ ਰਿਹਾ ਕਿ ਨਾਟ ਫੈਕਟਰੀਆਂ ਲੱਗੀਆਂ, majority of the industry ਬੜੀ ਸਾਫ਼ ਸੁਥਰੀ ਹੈ, ਬਟ ਕੁਝ ਇਹੋ ਜਿਹੇ ਅਨਸਕਰੂਪਲਸ ਐਲੀਮੈਂਟਸ ਹੁੰਦੇ ਨੇ ਜਿਹੜੇ ਕਿ ਥੋੜਾ ਜਿਹਾ ਪੈਸਾ ਕਮਾਉਣ ਲਈ ਪਰਵਾਹ ਨਹੀਂ ਕਰਦੇ। ਲੁਧਿਆਣੇ ਦੇ ਲਾਗੇ ਪਿੰਡ ਹੈ ਜੀ ਸਾਡੇ ਬੁੱਢੇ ਨਾਲੇ ਦੇ ਨਾਲ, ਮੇਰੇ ਬਾਪੂ ਜੀ ਉਹਨੂੰ ਬੁੱਢਾ ਦਰਿਆ ਕਹਿੰਦੇ ਹੁੰਦੇ ਸੀਗੇ। ਉਸ ਪਿੰਡ 'ਚ 835 ਮੌਤਾਂ ਹੋਈਆਂ ਸੀਗੀਆਂ। ਮੈਂ ਤੁਹਾਨੂੰ ਫਿਗਰ ਦੇ ਰਿਹਾ 2020 ਦਾ, ਐਂਡ 2022 'ਚ ਤੁਹਾਨੂੰ ਫਿਗਰ ਦਿੱਤਾ, ਉਹਦੇ 'ਚ 1300 ਮੌਤਾਂ ਹੋ ਗਈ ਸੀ। ਮੈਂ ਇੱਕ ਬੱਚੇ ਨੂੰ ਮਿਲਿਆ, 19 ਸਾਲ ਦਾ ਮੁੰਡਾ ਸੀ, 8 ਜੀਆਂ ਦੇ ਪਰਿਵਾਰ 'ਚ ਇਕੱਲਾ ਰਹਿ ਗਿਆ ਸੀ, ਸਿਰਫ ਕਾਲੇ ਪੀਲੇ। ਆਪਾਂ ਗੌਰਵ ਜੀ ਪਾਣੀ ਪੀਂਦੇ ਹੁੰਦੇ ਸੀ ਛੋਟੇ ਹੁੰਦੇ, ਅੱਜ ਪੰਜਾਬ 'ਚ ਆਪਾਂ ਟੂਟੀ ਦਾ ਪਾਣੀ ਪੀ ਸਕਦੇ ਹਾਂ। ਸੋ ਗੱਲ ਇਹ ਹੈ ਕਿ ਇਹ ਇੱਕ ਵੱਡੀ ਹੋਲਿਸਟਿਕ ਪ੍ਰੋਬਲਮ ਹੈ, ਇਹ ਤੇ ਸਿਆਸਤ ਨਾ ਕਰੋ, ਇਹਦੇ ਤੇ ਅਸੀਂ ਕਿਸਾਨਾਂ ਨੂੰ ਮੈਨੂੰ ਇੱਕ ਵਾਰ ਜੀ ਆਪਾਂ ਸਭ ਨੂੰ ਐਡ ਕਰੀਏ। ਤੁਸੀਂ ਜਿਹੜਾ ਪੁਆਇੰਟ ਕਿਹਾ ਤੁਹਾਡਾ ਆ ਗਿਆ, ਤੁਸੀਂ ਜੋ ਮੈਂ ਸ਼ੁਰੂਆਤ ਦੇ ਵਿੱਚ ਜ਼ਿਕਰ ਕੀਤਾ, ਦੇਖੋ ਗਰੇਵਾਲ ਸਾਹਿਬ ਪੁਆਇੰਟ ਤਾਂ ਉੱਥੇ ਹੀ ਘੁੰਮ ਫਿਰ ਕੇ ਆਏਗਾ। ਲੋਕ ਵੀ ਚਾਹੁੰਦੇ ਨੇ ਤਰੱਕੀ ਹੋਵੇ, ਲੋਕ ਚਾਹੁੰਦੇ ਨੇ ਚੌਗਿਰਦਾ ਵੀ ਸਾਫ਼ ਸੁਥਰਾ ਰਹੇ। ਇਹ ਜਿਹੜਾ ਬੈਲੈਂਸ ਹੈ ਨਾ, ਬਸ ਇੱਥੇ ਪੂਰੀ ਗੇਮ ਤੁਸੀਂ ਕਹਿ ਸਕਦੇ ਹੋ ਕਿ ਰੁਕੀ ਹੋਈ ਹੈ ਜਾਂ ਫਸੀ ਹੋਈ ਹੈ। ਕਲੇਰ ਸਾਹਿਬ ਕੁਝ ਕਹਿਣਾ ਚਾਹ ਰਹੇ ਨੇ। ਮੈਂ ਤਾਂ ਗਰੇਵਾਲ ਸਾਹਿਬ ਨੂੰ ਪੁੱਛਣਾ ਚਾਹੁੰਦਾ, ਇਹਨਾਂ ਨੇ ਹੁਣ 5 ਮਿੰਟ ਲਏ, 5 ਮਿੰਟ 'ਚ ਆਪਣੀ ਪਹਿਲੀ ਗੱਲ ਨੂੰ ਦੂਜੀ ਗੱਲ ਨਾਲ ਕੰਟਰਾਡਿਕਟ ਕਰਦੇ ਰਹੇ। ਹੁਣ ਅੱਜ ਗਰੇਵਾਲ ਸਾਹਿਬ ਇਹ ਦੱਸ ਦੇਣੇ, ਕਹਿੰਦੇ ਜੀ ਕਿ ਹਾਈ ਕੋਰਟ ਐਡਾ ਸਖਤ ਹੋ ਗਿਆ ਸੀ, ਸਾਨੂੰ 20 ਕਰੋੜ ਰੁਪਇਆ ਦੇਣਾ ਪੈ ਗਿਆ। ਤਾਂ ਫਿਰ ਗਰੇਵਾਲ ਸਾਹਿਬ ਨੂੰ ਇਹ ਵੀ ਪਤਾ ਹੋਣਾ ਵੀ 20 ਕਰੋੜ ਰੁਪਇਆ ਤਾਂ ਦੇਣਾ ਪਿਆ ਕਿਉਂਕਿ ਉਹ ਉੱਥੇ ਧਰਨਾ ਲੱਗਿਆ ਹੋਇਆ ਸੀ। ਹਾਈ ਕੋਰਟ ਕਹਿ ਰਿਹਾ ਸੀ ਜੀ ਫੈਕਟਰੀ ਜਾਇਜ਼ ਹੈ, ਤੁਸੀਂ ਧਰਨਾ ਨਹੀਂ ਚੁਕਾ ਪਾਏ। ਤਾਂ ਹੁਣ ਜਿਹੜਾ ਇਹ ਫੈਸਲਾ ਸਰਕਾਰ ਦੇ ਵਿੱਚ ਇੱਕਦਮ ਦਲੇਰੀ ਆ ਗਈ, 20 ਕਰੋੜ ਦੇਣ ਤੋਂ ਬਾਅਦ, 6 ਮਹੀਨੇ ਲੋਕਾਂ ਨੂੰ ਬਿਠਾਉਣ ਤੋਂ ਬਾਅਦ, ਉੱਥੇ ਸ਼ਹੀਦੀਆਂ ਹੋਣ ਤੋਂ ਬਾਅਦ, ਡੰਡੇ ਮਾਰਨ ਤੋਂ ਬਾਅਦ ਜਿਹੜੀ ਇੱਕਦਮ ਸਰਕਾਰ ਦੇ ਵਿੱਚ ਅੱਜ ਦਲੇਰੀ ਆ ਗਈ। ਮੈਂ ਫੇਰ ਦੁਬਾਰਾ ਕਹਿਣਾ ਕਿ ਹੁਣ ਤੁਸੀਂ ਆਪਣੇ ਲੀਗਲ ਐਸਪੈਕਟ ਵਾਚ ਲਏ ਨੇ, ਹੁਣ ਤੁਸੀਂ ਆਪਣੇ ਐਡਵੋਕੇਟ ਜਨਰਲ ਨਾਲ ਸਲਾਹ ਕਰ ਲਈ ਹੈ ਵੀ ਆਪਾਂ ਨੂੰ ਡਿਪੈਂਡ ਕਰ ਲਾਂਗੇ। ਤੁਹਾਨੂੰ ਫੈਸਲੇ ਦੇ ਉੱਪਰ ਕਿੰਤੂ ਪਰੰਤੂ ਹੈ, ਮੈਨੂੰ ਕਿੰਤੂ ਪਰੰਤੂ ਇਹ ਫੈਸਲਾ ਇਸ ਤਰੀਕੇ ਨਾਲ ਹੋਣਾ ਚਾਹੀਦਾ ਸੀ। ਜੇ ਫੈਕਟਰੀ ਬੰਦ ਕਰਨ ਵਾਲਾ ਫੈਸਲਾ ਐਵੇਂ ਨਹੀਂ ਤਾਂ ਕਿਵੇਂ ਹੋਣਾ ਚਾਹੀਦਾ? ਗੌਰਵ ਜੀ, ਮੈਂ ਬੜੇ ਸਪਸ਼ਟ ਤੌਰ ਤੇ ਕਹਿਣਾ ਹੈ ਕਿ ਕੀ ਸਰਕਾਰ ਹਾਈ ਕੋਰਟ ਦੇ ਪਾਲੇ ਵਿੱਚ ਗੇਂਦ ਸਿੱਟ ਕੇ ਇਹ ਭੱਜਣ ਨੂੰ ਤਿਆਰ ਤਾਂ ਨਹੀਂ ਖੜੇ
ਕਿ ਕੀ ਆਪਾਂ ਕਹਿ ਦਿਓ ਕਿ ਜੀ ਫੈਕਟਰੀ ਬੰਦ ਕਰਤੀ ਕਿਉਂਕਿ ਆਪਾਂ ਲੀਗੈਲਿਟੀਜ਼ ਛਿੱਕੇ ਤੇ ਟੰਗੀਆਂ ਨੇ, ਕੱਲ ਨੂੰ ਸਰਕਾਰ ਆ ਕੇ ਕਹੂਗੀ ਚਲਾ ਦਿਓ ਆਪਾਂ ਬਾਹਰ। ਇਹ ਉਹ ਸਰਕਾਰ ਹੈ ਗੌਰਵ ਜੀ ਜਿਨ੍ਹਾਂ ਨੇ ਸੁਪਰੀਮ ਤੁਸੀਂ ਕਹਿ ਰਹੇ ਹੋ ਕਿ ਅਨਾਉਂਸ ਨਾ ਕਰਦੇ, ਤੁਸੀਂ ਕਹਿ ਰਹੇ ਹੋ ਅਨਾਉਂਸ ਨਾ ਕਰਦੇ। ਗੌਰਵ ਜੀ ਪਹਿਲਾਂ ਗੱਲ ਖਤਮ ਜੀ। ਇਹ ਉਹ ਸਰਕਾਰ ਹੈ ਜਿਨ੍ਹਾਂ ਨੇ ਸੁਪਰੀਮ ਕੋਰਟ ਦੇ 12 ਸਾਲ ਪੁਰਾਣੇ ਆਰਡਰ ਤੇ ਲਤੀਫਪੁਰਾ ਦੇ ਵਿੱਚ ਲੋਕਾਂ ਦੇ ਵਸੇ ਵਸਾਏ ਘਰ ਜਾੜਤੇ ਸੀ। ਸੋ ਮੈਂ ਤਾਂ ਇਹ ਪੁੱਛਣਾ ਚਾਹੁੰਦਾ ਵੀ ਹੁਣ ਸਰਕਾਰ ਨੇ ਪੱਕਾ ਮਨ ਬਣਾ ਲਿਆ, ਹੁਣ ਸਰਕਾਰ ਇਹ ਫੈਕਟਰੀ ਪੱਕੇ ਤੌਰ ਤੇ ਬੰਦ ਕਰ ਰਹੀ ਹੈ, ਕਿਉਂਕਿ ਅਗਰ ਯੂ ਟਰਨ ਹੁੰਦਾ ਹੈ ਪੁਰਾਣੇ ਬਿਆਨਾਂ ਵਾਂਗੂ ਇਹ ਬਿਆਨ ਤੇ ਵੀ ਯੂ ਟਰਨ ਹੁੰਦਾ ਹੈ ਤਾਂ ਇਹ ਪੰਜਾਬ ਦੇ ਲੋਕਾਂ ਦੀ ਜਾਨਾਂ ਨਾਲ ਖਿਲਵਾੜ ਹੋਏਗਾ, ਧੋਖਾ ਹੋਏਗਾ। ਕੀ ਮੁੱਖ ਮੰਤਰੀ ਫਿਰ ਅਸਤੀਫਾ ਦੇਣਗੇ ਅਗਰ ਇਹ ਬਿਆਨ ਨਾ ਬਚਾ ਪਾਏ? ਗਰੇਵਾਲ ਸਾਹਿਬ ਛੋਟੀ ਜਿਹੀ ਸਟੇਟਮੈਂਟ ਸਰ, ਬਾਕੀ ਮਹਿਮਾਨਾਂ ਦਾ ਮੈਂ ਨਾਲ ਦੀ ਨਾਲ ਰੁਕ ਕਰਾਂਗਾ, ਬਹੁਤ ਛੋਟਾ ਸਟੇਟਮੈਂਟ ਰੱਖਿਓ ਜੀ। ਛੋਟੀ ਸਟੇਟਮੈਂਟ ਹੈ। ਪਹਿਲੀ ਗੱਲ ਕਿ ਤੁਹਾਡੇ ਸੁਪਨਿਆਂ 'ਚ ਕੋਈ ਕਿਤੇ ਅਸਤੀਫਾ ਨਹੀਂ ਰਿਹਾ, ਤੁਸੀਂ ਸਾਰੇ ਸੁਪਨੇ ਲੈਣੇ ਹੋ ਕਿ ਆਮ ਆਦਮੀ ਪਾਰਟੀ ਸਰਕਾਰ ਮੁੱਕ ਜੂਗੀ, ਕਿ ਤੁਹਾਡੇ ਲਈ ਇੱਕ ਨਾਈਟਮੇਅਰ ਆ, ਤੁਸੀਂ ਆਪ ਕਰਦੇ ਰਹਿੰਦੇ ਹੋ। ਪਹਿਲੀ ਗੱਲ। ਦੂਜੀ ਗੱਲ, ਵਕੀਲ ਵੀਰੋ, ਅਸੀਂ ਜਿਹੜਾ ਪੰਜਾਬ ਦੇ ਲੋਕਾਂ ਦੀ ਹਾਰਡ ਐਂਡ ਮਨੀ ਹੈ ਨਾ, ਉਹਨਾਂ ਵਕੀਲਾਂ ਤੇ ਲਾਵਾਂਗੇ ਜਿਹੜੇ ਪੰਜਾਬ ਦੀਆਂ ਸਮੱਸਿਆ ਜਾ ਕੇ, ਅਸੀਂ ਗੈਂਗਸਟਰਸ ਦੇ ਲਈ ਵੱਡੇ ਵੱਡੇ ਵਕੀਲ ਨਹੀਂ ਕਰਾਂਗੇ, ਅਸੀਂ ਸਿਆਸਤ ਲਈ ਵੱਡੇ ਵੱਡੇ ਵਕੀਲ ਕਰਾਂਗੇ, ਪਰ ਪੰਜਾਬ ਦੀ ਸਮੱਸਿਆ ਲਈ ਲੀਗਲ ਓਪੀਨੀਅਨ ਲਿਆ ਜਾ ਚੁੱਕਾ ਹੈ। ਐਂਡ ਪੰਜਾਬ ਸਰਕਾਰ, ਮਾਨ ਸਾਹਿਬ ਦੀ ਸਟੇਟਮੈਂਟ ਸੁਣੋ ਕਿ ਲੀਗਲ ਓਪੀਨੀਅਨ ਲੈਣ ਤੋਂ ਬਾਅਦ ਅਸੀਂ ਹੁਣ ਇਸ ਪੋਜੀਸ਼ਨ 'ਚ ਆ। ਆਬਵੀਅਸਲੀ ਬੜੇ ਸਿਆਣੇ ਵਕੀਲ ਸਾਹਿਬਾਨ ਨਾਲ ਸਲਾਹ ਵੀ ਹੋਈ ਹੈ ਐਂਡ ਪੰਜਾਬ ਦੇ ਹਿੱਤ ਲਈ ਜੋ ਵੀ ਲੀਗਲ ਐਕਸਪੈਂਸ ਕਰਨੇ ਪੈਣ ਕਰਾਂਗੇ, ਗੈਂਗਸਟਰਸ ਨੂੰ ਬਚਾਉਣ ਲਈ। ਤੁਸੀਂ ਕੁੱਲ ਮਿਲਾ ਕੇ ਗਰੇਵਾਲ ਸਾਹਿਬ ਕਹਿ ਰਹੇ ਹੋ ਕਿ ਫੈਕਟਰੀ ਚੱਲਣ ਨਹੀਂ ਦੇਣੀ, ਹੁਣ ਜੇ ਡਿਸੀਜਨ ਲੈ ਲਿਆ ਤਾਂ ਫੈਕਟਰੀ ਚੱਲਣ ਨਹੀਂ ਦੇਣੀ। ਫੈਕਟਰੀ ਕੱਲੀ ਆ ਨਹੀਂ, ਨੋ ਅਦਰ ਪੋਲਿਊਟਿੰਗ ਯੂਨਿਟ, ਸਮਝੋ ਜੀ। ਜਿੱਥੇ ਵੀ ਪੋਲਿਊਸ਼ਨ ਕਾਜ਼ ਹੋ ਰਹੀ ਹੈ ਉਹ, ਐਂਡ ਕਿਸਾਨ ਵੀਰਾਂ ਨੂੰ ਬੇਨਤੀ ਕਿ ਆਪਾਂ ਵੀ ਹੁਣ ਜਿਹੜਾ ਵੀ ਆਪਾਂ ਪੋਲਿਊਟਿੰਗ ਚੀਜ਼ਾਂ ਜਿਹੜੀ ਆਪਾਂ ਕੈਮੀਕਲਸ ਇਸਤੇਮਾਲ ਕਰ ਰਹੇ, ਜਿਹੜੀ ਐਕਸੈਸ ਦਵਾਈ ਇਸਤੇਮਾਲ ਕਰ ਰਹੇ ਆ, ਆਓ ਰਲ ਕੇ ਉਹ ਵੀ ਖਤਮ ਕਰ ਲਈਏ। ਆਪਣੇ ਅੱਜ ਆਪਾਂ ਐਮਪੀ ਦੀ ਕਣਕ ਖਾਂਦੇ ਆ ਗੌਰਵ ਜੀ, ਦੁਕਾਨ ਜਾਓ ਕਹਿੰਦਾ ਐਮਪੀ ਦੀ ਕਣਕ, ਦੇਖੋ ਲਾਹਨਤ ਵਾਲੀ ਗੱਲ, ਆਪਾਂ ਘੱਟੋ ਘੱਟ ਪੰਜਾਬ ਦੀ ਕਣਕ ਤਾਂ ਵਿਕਦੀ ਕਰ ਲਈਏ, ਇੰਨਾ ਕੁ ਤਾਂ ਕਰ ਲਈਏ।